ਕੰਨ ਤੇ ਜਿਨ੍ਹਾਂ ਦੇ ਰਾਹੀਂ ਜੀਵ ਮਲ ਮੂਤਰ ਕਰ ਰਿਹਾ ਹੈ। ਇੱਕ 10ਵਾਂ ਦੁਆਰ ਕਹਿੰਦੇ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ ਦੇ ਆਹਾਰ। ਆਹਾਰ ਦਾ ਅਰਥ ਹੈ ਰੋਟੀ ਦੇਣੀ, ਰੋਜੀ ਦੇਣੀ, ਜਲ ਪਾਣੀ ਦਾ ਪ੍ਰਬੰਧ ਕਰਨਾ। ਦੇ ਆਹਾਰ ਅਗਨ ਮਹਿ ਰੱਖੈ, ਅੱਗ ਦੇ ਵਿੱਚ ਵੀ ਮੇਰਾ ਮਾਲਕ ਰੱਖ ਰਿਹਾ ਹੈ। ਕਿਉਂਕਿ ਮਾਤ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਮਾਤਾ ਦੇ ਉਦਰ ਦੇ ਵਿੱਚ ਪ੍ਰਤਪਾਲਣਾ ਕਰਨ ਵਾਲਾ ਮਾਲਕਾ ਤੂੰ ਹੈ। ਦੇ ਆਹਾਰ ਅਗਨ ਮੈਂ ਰੱਖੈ ਐਸੇ ਐਸਾ ਖਸਮ ਹਮਾਰੇ। ਇਦਾਂ ਦਾ ਮੇਰਾ ਮਾਲਕ, ਇਦਾਂ ਦਾ ਪਰਮਾਤਮਾ ਹੈ। ਫਿਰ ਭਗਤ ਧੰਨਾ ਜੀ ਕਹਿੰਦੇ ਵੀ ਕੁੰਮੀ ਜਲ ਮੈਂ, ਕੱਛੂ ਕੁੰਮੀ ਪਾਣੀ ਵਿੱਚ ਹੈ, ਤਨ ਤਿਸ ਬਾਹਰ, ਉਹਦੇ ਬੱਚੇ ਬਾਹਰ ਨੇ। ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿੰਨ ਨਾਹੀ। ਖੀਰ ਦਾ ਅਰਥ ਹੁੰਦਾ ਦੁੱਧ। ਨਾ ਕੱਛੂ ਕੁੰਮੀ ਦੇ ਥਣ ਨੇ ਤੇ ਨਾ ਬੱਚਿਆਂ ਦੇ ਕੋਲ ਪੰਖ ਨੇ, ਖੰਭ ਨੇ ਵੀ ਉੱਡ ਕੇ ਰੋਜੀ ਰੋਟੀ ਦਾ ਪ੍ਰਬੰਧ ਕਰ ਸਕਣ। ਕੁੰਮੀ ਜਲ ਮੈਂ ਤਨ ਤਿਸ ਬਾਹਰ, ਪੰਖ ਖੀਰ ਤਿੰਨ ਨਾਹੀ। ਕਹਿੰਦੇ ਪੂਰਨ ਪਰਮਾਨੰਦ ਮਨੋਰਥ ਸਮਝ ਦੇਖ ਮਨ ਮਾਹੀ। ਅਜੇ ਵੀ ਮੇਰੇ ਮਨਾ ਤੂੰ ਸਮਝ ਉਸ ਰੱਬ ਨੂੰ, ਅਕਾਲ ਪੁਰਖ ਪਰਮਾਤਮਾ ਨੂੰ, ਵੀ ਉਹ ਕਿਵੇਂ ਪ੍ਰਤਪਾਲਨਾ ਕਰ ਰਿਹਾ ਜੀਵਾਂ ਦੀ। ਕਿਉਂਕਿ ਮੇਰੇ ਮਾਲਕ ਨੇ ਜੇ ਪਾਣੀ ਦੇ ਵਿੱਚ ਜੀਵ ਪੈਦਾ ਕੀਤੇ ਨੇ ਤੇ ਸਤਿਗੁਰੂ ਦੀ ਵਿਚਾਰਧਾਰਾ ਇਹ ਹੈ ਵੀ ਪਾਣੀ ਦੇ ਵਿੱਚ ਪੈਦਾ ਕਰਕੇ ਉਸ ਮਾਲਕ ਨੇ ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। ਪਾਣੀ ਦੇ ਵਿੱਚ ਹੀ ਜੀਵਾਂ ਦਾ ਹੀ ਜੀਵਾਂ ਨੂੰ ਆਹਾਰ ਬਣਾ ਦਿੱਤਾ, ਖਾਣਾ ਬਣਾ ਦਿੱਤਾ। ਪਾਣੀ ਦੇ ਜੀਵ ਉਹ ਪਾਣੀ ਦੇ ਜੀਵਾਂ ਨੂੰ ਖਾ ਕੇ ਆਪਣੀ ਜ਼ਿੰਦਗੀ ਭੋਗ ਰਹੇ ਨੇ। ਇਸ ਕਰਕੇ ਕਿਰਪਾ ਕਰਦੇ ਭਗਤ ਧੰਨਾ ਜੀ ਵੀ ਜਿਵੇਂ ਉਹ ਮੇਰਾ ਮਾਲਕ ਮਾਂ ਦੇ ਉਦਰ 'ਚ ਤੇ ਕੱਛੂ ਕੁੰਮੇ ਦੇ ਬੱਚਿਆਂ ਨੂੰ ਪਾਲ ਰਿਹਾ ਹੈ, ਇਸੇ ਤਰ੍ਹਾਂ ਪਾਖਾਨ ਕੀਟ। ਪਾਖਾਨ ਦਾ ਅਰਥ ਹੈ ਪੱਥਰ। ਪੱਥਰ ਦੇ ਵਿੱਚ ਕੀੜਾ ਹੈ। ਪੱਥਰ ਨਿਰਜਿੰਦ ਹੈ ਪਰ ਜਿੰਦ ਕੀੜੇ ਵਿੱਚ ਹੈ, ਪੱਥਰ ਵਿੱਚ ਜਿੰਦ ਨਹੀਂ। ਪੱਥਰ ਦੇ ਕੀੜੇ ਨੂੰ ਰੋਜੀ ਰੋਟੀ ਦੇਣ ਵਾਲਾ ਵੀ ਉਹ ਹੈ। ਇਸ ਕਰਕੇ ਭਗਤ ਧੰਨਾ ਜੀ ਕਹਿੰਦੇ ਪਾਖਾਨ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਹੀਂ। ਹੁਣ ਪੱਥਰ ਦੇ ਵਿੱਚ ਕੋਈ ਗਲੀ ਨਹੀਂ, ਕੋਈ ਛੇਕ ਨਹੀਂ, ਮੋਰੀ ਨਹੀਂ। ਜਿਸ ਰਸਤੇ ਦੇ ਥਾਣੀ ਉਹਨੂੰ ਰੋਜੀ ਤੇ ਰੋਟੀ ਪਹੁੰਚ ਰਹੀ ਹੈ। ਪਾਖਾਨ ਕੀਟ ਗੁਪਤ ਹੋਏ ਰਹਿਤਾ ਤਾਚੋ ਮਾਰਗ ਨਹੀਂ। ਕਹਿ ਧੰਨਾ ਪੂਰਨ ਤਾਹੂ ਕੋ ਮਾਤਰੇ ਜੀੜ ਰਾਹੀ। ਕਹਿੰਦੇ ਐ ਮੇਰੇ ਮਨ ਤੂੰ ਡੋਲ ਨਾ, ਤੇਰੀ ਪ੍ਰਤਪਾਲਨਾ ਵੀ ਉਸ ਇੱਕ ਨੇ ਕਰਨੀ ਹੈ। ਇਸ ਕਰਕੇ ਵਿਸ਼ਵਾਸ ਰੱਖ ਇੱਕ ਅਕਾਲ ਪੁਰਖ ਪਰਮਾਤਮਾ ਤੇ। ਸਾਰੇ ਜੀਵਾਂ ਦਾ ਦਾਤਾ ਕੇਵਲ ਇੱਕ ਹੈ। ਇਸ ਕਰਕੇ ਸਤਿਗੁਰੂ ਕਿਰਪਾ ਕਰਦੇ ਵੀ ਜਦੋਂ ਮੇਰੇ ਮਾਲਕ ਨੇ, ਸਤਿਗੁਰੂ ਨੇ ਮੇਰੇ ਤੇ ਕਿਰਪਾ ਕੀਤੀ, ਗੁਰ ਅਲਖ ਲਖਾਇਆ। ਗੁਰੂ ਨੇ ਕਿਰਪਾ ਕਰਕੇ ਇੱਕ ਦਿਖਾ ਤਾਂ ਦਿੱਤਾ। ਹੁਣ ਪਤਾ ਤੇ ਸਾਨੂੰ ਵੀ ਹੈ ਵੀ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ। ਗੁਰੂ ਦੱਸ ਰਿਹਾ। ਇਹ ਪੰਕਤੀਆਂ ਵੀ ਸਾਨੂੰ ਯਾਦ ਨੇ, ਪੜ੍ਹ ਵੀ ਰਹੇ ਹਾਂ ਵੀ ਕਰਨ ਕਾਰਨ ਪ੍ਰਭ ਏਕ ਹੈ। ਫਿਰ ਸਾਡਾ ਜਿਹੜਾ ਸਿਰ ਹੈ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਵੀ ਝੁਕ ਰਿਹਾ ਹੈ ਤੇ ਦੂਜੇ ਤੀਜੇ ਅੱਗੇ ਵੀ ਝੁਕ ਰਿਹਾ। ਹੋ ਰਿਹਾ ਸਭ ਕੁਝ, ਪਰ ਦਾਤਾ ਇੱਕ ਹੈ। ਨਾ ਕੋਈ ਲੱਖ ਦਾਤਾ ਹੈ, ਨਾ ਕੋਈ ਕਰੋੜ ਦਾਤਾ ਹੈ। ਇਸ ਕਰਕੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਕਿਉਂਕਿ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਇੱਥੇ ਸਤਿਗੁਰੂ ਨੇ ਕਿਤੇ ਲੱਖ ਦਾਤੇ ਦੀ ਗੱਲ ਨਹੀਂ ਕੀਤੀ, ਸਾਰਿਆਂ ਦਾ ਦਾਤਾ ਇੱਕ ਹੈ। ਭਗਤ ਧੰਨਾ ਜੀ ਕਹਿੰਦੇ ਰੇ ਚਿਤ ਚਿਤ ਸਕੀ ਨਾ ਦਿਆਲ ਦਮੋਦਰ ਬਿਬੈ ਨਾ ਜਾਣਸ ਕੋਈ। ਕਹਿੰਦੇ ਰੱਬ ਤੋਂ ਬਿਨਾ ਕੋਈ ਹੋਰ ਹੈ ਹੀ ਨਹੀਂ। ਫਿਰ ਕਹਿੰਦੇ ਜੇ ਧਾਮੈ ਬ੍ਰਹਮੰਡ ਖੰਡ ਕੋ, ਭਾਵੇਂ ਦੇਸ਼ਾਂ ਵਿਦੇਸ਼ਾਂ 'ਚ ਸਾਰੀ ਸ੍ਰਿਸ਼ਟੀ ਤੇ ਫਿਰ ਹੋਣਾ ਕੀ ਹੈ, ਕਰਤਾ ਕਰੇ ਸੋ ਹੋਈ। ਹੋਏਗਾ ਉਹ ਜੋ ਰੱਬ ਨੂੰ ਚੰਗਾ ਲੱਗਦਾ ਹੈ। ਇਸ ਕਰਕੇ ਵਿਸ਼ਵਾਸ
एक अकाल पुरख ते। भगत धन्ना जी का जिहड़ा पावन शब्द वो रोजाना मैक्सीमम तकरीबन हर एक गुरु घर दे विच शाम नूं तकाला नूं आरती दे विच पढ़िया जाता है। धनासरी राग है धन श्री गुरु ग्रंथ साहिब महाराज का, ते 695 अंग है मुबारक। धनासरी राग का सब तो अखीरला शब्द है। भगत धन्ना जी ने मंगिया किहदे तो है? रब तो। ये शब्द भी तुहानूं सारिआं नूं याद है। भगत धन्ना जी कहंदे भी मैं तेरे घर दा मंगता, मंगता मैं तेरे तो मंग रहा, किसी बंदे व्यक्ति तो नहीं। पर मैनू चाहिदा की है? मैनू घ्यो भी दे, आटा भी दे, दाल पानी भी मैनू सब कुछ चाहिदा है। मैनू पहनण वास्ते कपड़े भी चाहिए ने, मैनू एक गां भी चाहिदी है, लवेरी मझ भी चाहिदी है दुध देण वास्ते, ते मैनू वधिया नस्ल दी घोड़ी ते एक चंगे गुणां वाली घर वाली भी होवे, औरत भी होवे जिहदे कोल चंगे गुण होण। भगत धन्ना जी का शब्द सारिआं नूं याद है। भगत धन्ना जी कहंदे गोपाल तेरा आरता, जो जन तुमरी भगत करन ते तिन के काज सवारता। दाल सीधा मांगो घियो हमरा खुशी करे नित जियो। पनिया छादन नीका अनाज मंगो सत सींका। गऊ भैंस मंगो लवेरी एक ताजन तुरी चंगेरी। घर की गीहन चंगी जन धन्ना लेवै मंगी। गोपाल तेरा आरता, इत्थे कईयां लोकां ने अर्थ कीते। वो कहिंदे भी खैर गुरबाणी दे अंदर कोई जात पात नहीं। कहिंदे भी भगत रविदास सन चमार, वो नीवीं जात होने के कारण उन्होंने कीती आरती। ते भगत धन्ना कहिंदा भी मैं आ जट, मेरी आरती नहीं मेरा आरत है। इत्थे ये गल नहीं। आरता का अर्थ है गरीब, लोड़वंद, मंगता आदि। मैं तेरे तो रब जी मंग रहा, तेरे घर का मंगता मैं। गोपाल गोपाल, गो का अर्थ है धरती सृष्टि, धरती, ते पाल का अर्थ है पालन वाला। गोपाल ए धरती नूं पालन वाले। तेरा आरता मैं तेरा मंगता हाँ, लोड़वंद हाँ तेरे घर दा। गोपाल तेरा आरता कहंदे मैं सुनिया है। जो जन तुमरी भगत करन ते तिन के काज सवारता। क्योंकि गुरु अर्जन साहब महाराज ने आसा राग दे विच गल क्लीयर कीती है भी भगत कबीर साहब नूं, भगत नामदेव साहब नूं, भगत सैन जी नूं ते भगत रविदास नूं, इन्हां चारां भगतां दी भगती नूं देख के भगत धन्ना तुरिया रब दी भगती करन वास्ते। आसा राग च ये पावन शब्द है। गुरु अर्जन साहब महाराज बकायदा ये गल क्लीयर करते हैं भी भगत धन्ने ने किसी पत्थर चों रब नहीं पाया। भगत धन्ने ने देखिया इन्हां चारे भगतां वास्ते। मैं अपने कोलों नहीं कह रहा, ये लगभग 488 अंग ते गुरु अर्जन साहब महाराज का पावन शब्द है। भगत बाणी च शब्द शुरू हुंदा है महला पंजवां, गोबिंद 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 संग नाम देओ मन लीना। आड़ दाम को शिपरो होयो लाखीना। बुणना तणना त्याग कै प्रीत चरण कबीरा। नीच कुल्ला जो लाहरा भयो गुणी गहीरा। रविदास ढवंता ढोर नीत तिन त्यागी माया। प्रगट होआ साध संग हर दर्शन पाया। सैन नाई बुत कारिया ओ घर कर सुनिया। हिरदै वसिया पार ब्रह्म भगता मैं गणिया। ਇਹ विध ਜਿਹੜੀ उत्ते सारी विधि दसी चार भगतां दी। पहला भगत नामदेव साहब दी, भगत कबीर साहब दी, भगत रविदास जी दी, भगत सैन जी दी। ये विध सुन के जाटरो, ये विधि सुनी भगत धन्ने ने उठ भगती लागा। मिले परतख गुसाइयां धन्ना वडभागा। हुण गुरु अर्जन साहब महाराज ये गल क्लीयर करते हैं भी जे पत्थर चों पाया हुंदा ते सतगुरु ने कह देना सी भगत धन्ने ने पत्थर चों रब की प्राप्ति की है। पर गुरबाणी का की फैसला है, गुरबाणी का की इनकलाबी सिद्धांत है साडे सामने। भगत नामदेव साहब का पावन बचन है,
ਭਗਤ ਨਾਮਦੇਵ ਸਾਹਿਬ ਕਹਿੰਦੇ ਸਤਿਗੁਰ ਪੂਜੋ। ਮੈਂ ਆਪਣੇ ਸਤਿਗੁਰੂ ਦੀ ਪੂਜਾ ਕਰਦਾ, ਦੂਜਾ ਨਦਰ ਨਾ ਆਈ। ਕਹਿੰਦੇ ਮੈਂ ਇੱਕ ਆਪਣੇ ਸਤਿਗੁਰੂ ਦੀ ਪੂਜਾ ਕਰਦਾ, ਇੱਕ ਸਤਿਗੁਰੂ ਦੀ ਪੂਜਾ ਕਰਦਿਆਂ ਹੋਇਆਂ, ਭਾਵ ਕਿ ਸੇਵਾ ਕਰਦਿਆਂ ਹੋਇਆਂ, ਸਤਿਗੁਰੂ ਦੇ ਸਿਧਾਂਤ ਪੜ੍ਹਦਿਆਂ ਹੋਇਆਂ ਮੈਨੂੰ ਸਮਝ ਪੈਂਦੀ ਵੀ ਦੂਜਾ ਕੋਈ ਸੰਸਾਰ ਤੇ ਹੈ ਹੀ ਨਹੀਂ। ਇਸ ਕਰਕੇ ਭਗਤ ਨਾਮਦੇਵ ਸਾਹਿਬ ਕਹਿੰਦੇ ਸਤਿਗੁਰ ਪੂਜੋ ਸਦਾ ਸਦਾ ਮਨਾਵੋ। ਮੈਂ ਆਪਣੇ ਗੁਰੂ ਦੀ ਪੂਜਾ ਕਰਦਾ, ਭਾਵ ਕਿ ਗੁਰੂ ਦੇ ਸਿਧਾਂਤਾਂ ਨੂੰ ਪੜ੍ਹ ਕੇ ਤੇ ਵਿਚਾਰਦਾ, ਤੇ ਉਸ ਸਤਿਗੁਰੂ ਦੀ ਪੂਜਾ ਤੇ ਗਿਆਨ ਦੇ ਸਦਕਾ ਮੈਨੂੰ ਸਮਝ ਪਈ ਵੀ ਉਸ ਮਾਲਕ ਤੋਂ ਬਿਨਾ ਕੋਈ ਹੋਰ ਦੂਜਾ ਹੈ ਹੀ ਨਹੀਂ। ਫਿਰ ਉਹਨਾਂ ਨੇ ਗੱਲ ਕੀਤੀ ਵੀ ਏਕੈ ਪਾਥਰ ਕੀਜੈ ਭਾਓ, ਦੂਜੇ ਪਾਥਰ ਧਰਿਐ ਪਾਓ, ਜੇ ਉਹ ਦਿਓ। ਇਹ ਗੁਜਰੀ ਰਾਗ ਦੇ ਵਿੱਚ ਭਗਤ ਨਾਮਦੇਵ ਸਾਹਿਬ ਦਾ ਸ਼ਬਦ ਹੈ ਵੀ ਇੱਕ ਪੱਥਰ ਤੇ ਪੈਰ ਰੱਖਿਆ, ਦੂਜੇ ਨੂੰ ਮੱਥੇ ਟੇਕੇ ਜਾ ਰਹੇ ਨੇ। ਜੇ ਮੱਥੇ ਟੇਕਣ ਵਾਲਾ ਭਗਵਾਨ ਹੈ, ਫਿਰ ਜਿਹੜਾ ਪੈਰਾਂ ਥੱਲੇ ਲਤੜਿਆ ਹੋਇਆ ਵੀ ਰੱਬ ਹੈ। ਜੇ ਉਹ ਦਿਓ ਤਾਂ ਉਹ ਵੀ ਦੇਵਾ, ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਸੂਹੀ ਰਾਗ ਦੇ ਵਿੱਚ ਕਿਰਪਾ ਕਰਦੇ ਵੀ ਘਰ ਮੈਂ ਠਾਕੁਰ ਨਦਰ ਨਾ ਆਵੇ। ਇੱਥੇ ਘਰ ਦਾ ਅਰਥ ਹੈ ਰੱਬ, ਪਰਮਾਤਮਾ ਹਿਰਦੇ ਦੇ ਵਿੱਚ ਹੈ। ਹਿਰਦੇ ਰੂਪੀ ਘਰ ਵਿੱਚ, ਮਨ ਵਿੱਚ, ਦਿਲ ਵਿੱਚ ਹੈ, ਉਹ ਅੰਦਰ ਹੈ। ਘਰ ਮੈਂ ਹਿਰਦੇ ਰੂਪੀ ਘਰ ਵਿੱਚ ਠਾਕੁਰ ਨਦਰ ਨਾ ਆਵੇ, ਪਰ ਹੋ ਕੀ ਰਿਹਾ? ਗਲ ਮੈਂ ਪਾਹਣ ਲੈ ਲਟਕਾਵੇ। ਧਾਗੇ ਦੇ ਵਿੱਚ ਰੱਬ ਪਰੋ ਕੇ ਪਾਇਆ ਹੋਇਆ। ਕਮਾਲ ਹੋ ਗਈ। ਭਗਤ ਕਬੀਰ ਸਾਹਿਬ ਦਾ ਪਾਵਨ ਬਚਨ ਹੈ, ਕਹਿੰਦੇ ਕਬੀਰ ਠਾਕੁਰ ਪੂਜੈ ਮੋਲ ਲੈ। ਕਹਿੰਦੇ ਕਮਾਲ ਹੋ ਗਈ, ਲੋਕ ਭਗਵਾਨ ਨੂੰ, ਰੱਬ ਨੂੰ ਮੁੱਲ ਖਰੀਦ ਕੇ ਦੁਕਾਨਾਂ ਤੋਂ ਤੇ ਆਪਣੇ ਗਲਿਆਂ ਦੇ ਵਿੱਚ ਪਾਉਣ ਲੱਗ ਪਏ। ਹੋਵੇ ਰੱਬ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਉਹ ਵਿਕਦਾ ਹੋਵੇ ਦੁਕਾਨਾਂ ਤੇ 4-4 ਰੁਪਈਆਂ ਦਾ। ਕੌਣ ਕਹਿ ਰਿਹਾ? ਭਗਤ ਰਵਿਦਾਸ, ਵਾਹਿਗੁਰੂ ਭਗਤ ਕਬੀਰ ਜੀ ਸ਼ਲੋਕਾਂ ਦੇ ਵਿੱਚ। ਕਬੀਰ ਠਾਕੁਰ ਪੂਜੈ ਮੋਲ ਲੈ। ਕਹਿੰਦੇ ਰੱਬ ਦੀ ਪੂਜਾ ਕਿਵੇਂ ਕੀਤੀ ਜਾ ਰਹੀ ਹੈ? ਮੁੱਲ ਲਿਆ ਕੇ ਦੁਕਾਨ ਤੋਂ। ਮੁੱਲ ਵਾਲੇ ਭਗਵਾਨ ਨੂੰ ਪੂਜਿਆ ਜਾ ਰਿਹਾ, ਮੁੱਲ ਵਾਲੇ ਨੂੰ। ਕਿਉਂਕਿ ਭਗਤ ਕਬੀਰ ਸਾਹਿਬ ਕਹਿੰਦੇ ਵੀ ਜਿਹੜਾ ਰੱਬ ਹੈ, ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ, ਜਿਹਨੇ ਐਡਾ ਸੰਸਾਰ ਪੈਦਾ ਕੀਤਾ ਹੈ, ਵੀ ਉਹਦੀ ਪੈਦਾ ਕੀਤੀ ਹੋਈ ਮਾਇਆ ਦੇ ਬਦਲੇ ਉਹਨੂੰ ਹੀ ਖਰੀਦਿਆ ਜਾਵੇ। ਕਮਾਲ ਹੋ ਗਈ। ਹੁਣ ਐਡਾ ਬੇਅੰਤ ਹੈ ਜਿਹਨੇ ਸਾਰੀ ਸ੍ਰਿਸ਼ਟੀ ਨੂੰ, ਜਗਤ ਨੂੰ ਪੈਦਾ ਕੀਤਾ। ਕਬੀਰ ਠਾਕੁਰ ਪੂਜੈ ਮੋਲ ਲੈ, ਮਨ ਹੱਠ ਤੀਰਥ ਜਾਹੇ, ਦੇਖਾ ਦੇਖੀ ਸਵਾਂਗ ਧਰ, ਭੂਲੇ ਭਟਕਾ ਖਾਹੇ। ਕਬੀਰ ਪਾਹਨ ਪਰਮੇਸ਼ਰ ਕੀਆ। ਕਬੀਰ ਪਾਹਨ ਪਰਮੇਸ਼ਰ ਕੀਆ। ਕਹਿੰਦੇ ਲੋਕਾਂ ਨੇ ਰੱਬ ਪੱਥਰ ਨੂੰ ਬਣਾਇਆ। ਕਬੀਰ ਪਾਹਨ, ਪਾਹਨ ਦਾ ਅਰਥ ਹੈ ਪੱਥਰ। ਪਰਮੇਸ਼ਰ ਕੀਆ, ਲੋਕਾਂ ਨੇ ਰੱਬ ਪੱਥਰ ਨੂੰ ਮੰਨਿਆ। ਕਬੀਰ ਪਾਹਨ ਪਰਮੇਸ਼ਰ ਕੀਆ, ਬੂਢੇ ਕਾਲੀ ਧਾਰ, ਇਸ ਪਰਵਾਸੇ ਜੋ ਰਹੈ। ਕਬੀਰ ਸਾਹਿਬ ਕਹਿੰਦੇ ਇਹ ਲੋਕਾਂ ਦੀ ਹਾਲਤ ਹੈ। ਸੰਸਾਰ ਦੇ ਲੋਕ ਇੱਕ ਤਾਂ ਰੱਬ ਨੂੰ ਮੁੱਲ ਖਰੀਦ ਰਹੇ ਨੇ। ਕਬੀਰ ਠਾਕੁਰ ਪੂਜੈ ਮੋਲ ਲੈ, ਮਨ ਹੱਠ ਤੀਰਥ ਜਾਹੇ, ਦੇਖਾ ਦੇਖੀ ਸਵਾਂਗ ਧਰ। ਭੇਡ ਚਾਲ ਬਣੀ ਹੋਈ ਹੈ, ਪਰ ਕਬੀਰ ਸਾਹਿਬ ਕਹਿੰਦੇ ਮੈਂ ਇਸ ਭੇਡ ਚਾਲ ਪਿੱਛੇ ਨਹੀਂ ਲੱਗਦਾ। ਮੈਂ ਇੱਕ ਅਵ ਘਾਟੀ ਚੜ ਰਿਹਾ, ਜਿਹੜਾ ਬੜਾ ਬੇਖਮ ਤੇ ਔਕੜਾਂ ਵਾਲਾ ਬੜਾ ਕਠਿਨ ਰਸਤਾ ਜਿਹੜਾ ਉਹ ਮੈਂ ਤੈਅ ਕਰ ਰਿਹਾ। ਇਸ ਕਰਕੇ ਕਹਿੰਦੇ ਲੋਕਾਂ ਨੇ ਭੇਡ ਚਾਲ ਬਣਾਈ ਹੈ ਵੀ ਜਿਹੜੇ ਰਸਤੇ ਪੰਡਿਤ ਜਾ ਰਹੇ ਨੇ, ਗਿਆਨਵਾਨ ਲੋਕ ਜਾ ਰਹੇ ਨੇ, ਤੇ ਉਹ ਕਹਿ ਰਹੇ ਨੇ ਉਧਰ ਲੋਕਾਂ ਦੀਆਂ ਵਹੀਰਾਂ ਚੱਲੀਆਂ ਹੋਈਆਂ ਨੇ, ਪਰ ਰੱਬ ਦੇ ਘਰ ਨੂੰ ਜਾਣ ਵਾਲਾ ਕੋਈ ਵਿਰਲਾ ਵੰਜ ਹੈ। ਕਬੀਰ ਸਾਹਿਬ ਦਾ ਪਾਵਨ ਬਚਨ ਹੈ, ਕਬੀਰ ਜਿਹ ਮਾਰਗ ਪੰਡਿਤ ਗਏ, ਪਾਛੈ ਪਰੀ ਬਹੀਰ। ਕਹਿੰਦੇ ਵਹੀਰਾਂ ਤੁਰ ਪਈਆਂ ਲੋਕਾਂ ਦੀਆਂ,
पर एक अव घट घाटी राम की तिह चढ़ रहे हो कबीर। कहते बड़ा औखा मार्ग है, बड़ा औखा रस्ता है। कबीर कह वाहिगुरु, लोक कह कबीर बहुराना। लोकी कहते भी ये तो पागल हो गया है, झल्ला है। पर कबीर साहब कहते इन्होंने बेचारे लोगों को की पता है कि कबीर का मर्म राम पहचाना। मेरी गल बात, मेरी हालत, मेरी विधि नूं तां मेरा मालक जानदा, इन्हां विचारिਆਂ ਨੂੰ की पता है। इस करके कबीर जेह मार्ग पंडित गए पाछै परी बहीर, एक आव घट घाटी राम की तेह चढ़ रहे हो कबीर। कबीर पाहन परमेश्वर किया पूजै सब संसार, इस प्रवासे जो रहे बूढ़े काली धार। काली धार का अर्थ है डूंगे प्रवाह दे विच वो लोग रुड़ जाणगे, उन्हां दा थो पता भी नहीं लगना। जिन्हां ने कबीर पाहन परमेश्वर किया पूजै सब संसार, कहते सारा संसार पूज रहे है। पाहन परमेश्वर किया, पत्थर नूं रब मन्निया है। पर इस प्रवासे जो रहे बूढ़े काली धार, जो पाथर की पाई पाए ताकि घाल अजाई जाए। कौन कह रहा? भैरो राग च कबीर साहब कह रहे हैं। 1160 अंग है धन श्री गुरु ग्रंथ साहिब महाराज की बाणी का, अर्थ बिल्कुल स्पष्ट ने। 1160 अंग ते भैरो राग च कबीर साहब का शब्द है, जो पाथर की पाई पाए, जेड़ा पत्थर दे पैरी पैंदा है हुंदा की है, ताकि घाल अजाई जाए। अजाई की हुंदा? व्यर्थ चली जाती ओदी घालना। इस करके जो पाथर की पाई पाए ताकि घाल अजाई जाए, ठाकुर हमरा साधवो लंता, सर्ब जियां को प्रवदान देता। भगत कबीर साहब कहते भी मेरा रब ये नहीं भी एक डब्बी च पै जाता है, ते डब्बी च पा के रख दिओ, जदों लोड़ पई उदों कढ़ लो, सवेरे आले दुआले धूप धका दिओ, फिर रख दिओ डब्बी च पा के। मेरा मालक होवे जगत नूं पालण वाला ते एक निक्की जी डब्बी विच पै जे, नहीं हो सकता। ठाकुर हमरा साधवो लंता, सर्व जियां को प्रवदान देता। फिर कहंदे पाथर ना किश बोलै ना किश दे, फोकट कर्म निफल सेव। कौन कह रहा? भगत कबीर साहब। घर में ठाकुर नदर ना आवे, गल में पाहन लै लटकावे, भरमे भूला साकत फिरता, नीर बरोलै खाप खाप मरता, जिस पाहन को ठाकुर कहता ओ पान ले उसको डुबता। गोना हार लूण हरामी, पाहन नाव ना पार गरामी। गुरु अर्जन साहब महाराज कहते भी पत्थर दी होवे बेड़ी ते पत्थर दी बेड़ी दे विच असवार होवे, कदी पार लग सकदा कोई? कहते कदी भी नहीं। इस करके जेड़ा पत्थर आप पानी च डुब रहा है, सानू कित्थों तार सकदा है? असी रोजाना 10 सवैये पढ़ते हैं, सरावक सुध वाले, पंथ प्रमाणित सिख रहत मर्यादा के अंदर जिगर है भी ये नितनेम बाणियां का हिस्सा है। सतगुरु कहते भी काहू लै पाहन पूज धरियो सिर, काहू लै लिंग गरे लटकायो, काहू लख्यो हर आवाची दिशा में, काहू पशा को शीस निवायो, को बुत्तान को पूजत है पश, को मिरतान को पूजन धायो, कूर क्रिया उर्जो सब ही जग, श्री भगवान को भेद ना पायो। गुरु गोबिंद सिंह साहिब महाराज सच्चे पातशाह कहते काहू लै पाहन पूज धरियो सिर। नितनेम दीयां बाणियां दा हिस्सा असीं रोजाना पढ़ रहे हैं, पर विचार करनी बड़ी औखी है इन्हां दी। हो सकता फोन भी आ जाए, हो सकता है बाहर निकल के कोई ये भी आखे भी तुसीं साडे धर्म की भंडी कर रहे हो, मुबारक है, तुहाडा कर्म है, करो तुसीं, पर सिखां दा इहदे नाल वाह वास्ता नहीं। सिख मूर्ति दा पुजारी नहीं, सिख फोटो दा पुजारी नहीं, सिख पत्थर दा पुजारी नहीं। पूजा अकाल की, परचा शब्द का, दीदार खालसे का। इस करके गुरु नानक साहब महाराज दे घर दा नमक खा के अरदास ये करी दी है, सतगुरु जे तेरे घर दा नमक खाने आ ते इस जुबान तो तेरी सिफत सलाह निकले,
किते लोकां दी मूँह मथाजी करन वास्ते इस जुबान तो लोकां दी सिफत सलाह ना निकले। इस करके जिद्दण तेरे दर नूं छड्ड के किसे होर दे दर ते जाइए ते इदू चंगा साडे शरीर दे विचों प्राण कढ लई। इस करके बाबा फरीद साहब ने भी ये गल आखी है, फरीदा बार पुराया बैसना साई मुझे ना दे, जे तू इवें रख सी जियो शरीरों ले। फरीदा बार पुराया बैसना, तेरे दर नूं छड्ड के होर दे दर ते जाना, साई मुझे ना दे। मेरे मालका अरदास ये करिए भी साडी जिंदगी दे विच इदां दा समा ना आवे जिदन पुत्रां दे दानियां तेरा दर छड्ड के ते पत्थरां ते नक रगड़दे रहिए। जे तू इवें रख सी जियो शरीरों ले, जे इदां दा समा आए ते किसे दे दर ते जाण तो पहलां साडे शरीर दे विचों प्राण कढ लई, जिंद कढ लई। गुरु अर्जन साहब महाराज कहंदे काहू लै पाहन पूज धरियो सिर। कईयां ने पत्थर नूं पूज के सिर ते रखिया। काहू लै लिंग गरे लटकायो, कोई शिवलिंग बना के गलां च पा रहा है। को बुतान को पूजत है पश, बुतां नूं पूजन वाला कौन है? गुरु गोबिंद सिंह साहिब महाराज कहंदे पशु है, वह पशु बंदा नहीं, जिन्हों पता ही नहीं भी है नरजिंद है दे जिंद नहीं। एक नूं पैरां थल्ले लतड़िया ते एक नूं मथे टेक रहा। इस करके काहू लै पाहन पूज धरियो सिर, काहू लै लिंग गरे लटकायो, काहू लख्यो हर अवाची दिशा में। अवाची का अर्थ है दखण दिशा। कोई कहता भी रब दा वासा दखण विच है। काहू पछा को सीस नवायो, जिहड़ा मुसलमान वीर है वो कहता भी रब दा वासा केवल पच्छम दिशा ते, जदों भी नमाज पढ़दा है अपना मूँह पच्छम वल करदा है। पर कबीर साहब कहते भी दखण देश हरी का वासा। तुसीं कहंदे हो भी दखण च रब है, पच्छम अल्लाह मुकामा, पर कहंदे दिल में खोज, दिल है दिल खोजो, यही ठौर मुकामा। पच्छम ते दखण विच रब अल्लाह राम ते खुदा नूं समझण वालिओ कदी दिल भी खोजिया, कदी अपनी स्वै पड़चोल भी कीती। रब दा वासा खास दिशावां च नहीं, उहदा वासा तुहाडे अंदर है। लोड़ है मन नूं खोजण दी। काहू लै पाहन पूज धरियो सिर, काहू लै लिंग गरे लटकायो, काहू लख्यो हर अवाची दिशा में, काहू पछा को सीस नवायो, को बुतान को पूजत है पश। पत्थरां नूं पूजन वाला गुरु गोबिंद सिंह साहिब महाराज कहंदे पशु है। काहू लै पाहन पूज धरियो सिर, काहू लै लिंग गरे लटकायो, काहू लख्यो हर अवाची दिशा में, काहू पछा को सीस नवायो, को बुतान को पूजत है पश, को मिरतान को पूजन धायो। धायो का अर्थ है दौड़िया फिरदा। कोई मरियां दी मड़ी ते दीवा ला रहा है, कोई मरियां दे श्राद्ध करा रहा है, मरियां दी पूजा कर रहा है। जिउंदियां नूं पानी दा घुट पुछ के राजी नहीं, पर मरियां तो बाद लंगर भी लाए जा रहे हैं, बरसियां भी हो रही ने। सतगुरु कहंदे को बुतान को पूजत है पश, को मिरतान को पूजन धायो। कूड़ क्रिया, झूठी क्रिया सारी, निकलना कुछ भी नहीं। कूर क्रिया उर्ज्यो सब ही जग, श्री भगवान को भेद ना पायो। धन श्री गुरु अर्जन साहब महाराज कहंदे एह बिद सुन के जाट रो, उठ भगती लागा। भगत धन्ने ने जदों चारे भगतां दी गल सुनी ते उठ के वह भी भगती च लग गया। फिर मिले प्रतख गुसाइयां, धन्ना वड भागा, भगत धन्ना भी वड्डियां भागां वाला हो गया। एक आसा राग च, आसा राग च 487 अंग ते भगत धन्ना जी का शब्द है। वो शब्द मैं पहला आप सरबत संगत नूं श्रवण करा दियां ते ਉਹਦੇ ਵਿੱਚ भगत धन्ना जी ने खुद ਇਹ गल आखी भी मैं रब नूं किवें पाया। क्योंकि भगत धन्ना जी का अज जन्म दिहाड़ा है, जन्म दिन है, पर उन्हां दी सानू की देन है, की सिद्धांत ने, की इनकलाबी विचारधारा, की क्रांतिकारी सोच उन्होंने साडी झोली दे विच पा के ते ब्राह्मणवाद का जिहड़ा जूला साडे गलां तो लाया। भगत धन्ना जी का शब्द शुरू होंदा है भ्रमत फिरत बहु जन्म बिलाने,
ਤਨ ਮਨ ਧਨ ਨਹੀਂ ਧੀਰੇ, ਲਾਲਚ ਬਿਖ ਕਾਮ ਲੁਬਧ ਰਾਤਾ, ਮਨ ਬਿਸਰੇ ਪ੍ਰਭ ਹੀਰੇ, ਰਹਾਓ ਬਿਖ ਫਲ ਮੀਠ ਲੱਗੇ, ਮਨ ਬੌਰੇ ਚਾਰ ਵਿਚਾਰ ਨਾ ਜਾਣਿਆ, ਗੁਣ ਤੇ ਪ੍ਰੀਤ ਵੱਡੀ ਅਨ ਭਾਂਤੀ, ਜਨਮ ਮਰਨ ਫਿਰ ਤਾਨਿਆ, ਜੁਗਤ ਜਾਣ ਨਹੀਂ ਹਿਰਦੈ ਨਿਵਾਸੀ, ਜਲਤ ਜਾਲ ਜਾਂ ਫੰਦ ਪਰੇ, ਬਿਖ ਫਲ ਸੰਚ ਭਰੇ, ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ, ਗਿਆਨ ਪ੍ਰਵੇਸ਼ ਗੁਰੈ ਧਨ ਦੀਆ, ਧਿਆਨ ਮਾਨ ਮਨ ਏਕ ਮਏ, ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਤ੍ਰਿਪਤ ਅਗਾਨੇ ਮੁਕਤ ਭਏ, ਜੋਤ ਸਮਾਏ ਸਮਾਨੀ ਜਾ ਕੈ, ਛੱਲੀ ਪ੍ਰਭ ਪਹਿਚਾਨਿਆ, ਧੰਨੇ ਧਨ ਪਾਇਆ ਧਰਨੀ ਧਰ, ਮਿਲ ਜਨ ਸੰਤ ਸਮਾਨਿਆ। ਭਗਤ ਧੰਨਾ ਜੀ ਕਹਿੰਦੇ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ, ਕਹਿੰਦੇ ਭਰਮ ਦੇ ਵਿੱਚ ਭੁਲੇਖੇ ਦੇ ਵਿੱਚ ਫਿਰਦਿਆਂ ਫਿਰਦਿਆਂ ਬਹੁ ਜਨਮ ਬਿਲਾਨੇ, ਬਿਲਾਨੇ ਦਾ ਅਰਥ ਹੈ ਗੁਜ਼ਰ ਗਏ। ਤਨ ਮਨ ਧਨ ਨਹੀਂ ਧੀਰੇ, ਨਾ ਤਨ ਨੂੰ ਧੀਰਜ ਸੀ, ਨਾ ਮਨ ਨੂੰ ਧੀਰਜ ਸੀ, ਨਾ ਇਕੱਠਾ ਕੀਤਾ ਧਨ ਸਦਾ ਟਿਕਿਆ ਰਿਹਾ। ਤਨ ਮਨ ਧਨ ਨਹੀਂ ਧੀਰੇ, ਲਾਲਚ ਲੋਭ ਵੱਧ ਗਿਆ, ਲਾਲਚ ਵਧਿਆ, ਤੇ ਇਹ ਲਾਲਚ ਦੇ ਨਾਲ ਨਾਲ ਲੋਭ ਦੇ ਨਾਲ ਨਾਲ ਕਾਮ ਵੀ ਵੱਧ ਗਿਆ, ਕ੍ਰੋਧ ਵੀ ਵੱਧ ਗਿਆ, ਵਿਕਾਰ ਵੱਧ ਗਏ। ਲਾਲਚ ਬਿਖਮ ਕਾਮ ਲੁਬਧ ਰਾਤਾ, ਮਨ ਬਿਸਰੇ ਪ੍ਰਭ ਹੀਰੇ, ਜਿਹੜਾ ਮਨ ਵਿੱਚ ਵਸਦਾ ਸੀ ਹੀਰੇ ਦੀ ਨਿਆਈ ਪਰਮਾਤਮਾ ਦਾ ਨਾਮ ਵਿਸਰ ਗਿਆ। ਫਿਰ ਕਹਿੰਦੇ ਬਿਖ ਫਲ, ਬਿਖ ਦਾ ਅਰਥ ਹੁੰਦਾ ਜ਼ਹਿਰ, ਬਿਖ ਫਲ ਮੀਠ ਲੱਗੇ ਮਨ ਬੌਰੇ, ਮਨ ਨੂੰ ਜ਼ਹਿਰ ਚੰਗਾ ਲੱਗਣ ਲੱਗ ਗਿਆ, ਅੰਮ੍ਰਿਤ ਵਿਸਰ ਗਿਆ। ਬਿਖ ਫਲ ਮੀਠ ਲੱਗੇ ਮਨ ਬੌਰੇ, ਚਾਰ, ਚਾਰ ਦਾ ਅਰਥ ਹੈ ਸੁੰਦਰ, ਵਿਚਾਰ ਸੁੰਦਰ ਪਰਮਾਤਮਾ ਦੀ ਵਿਚਾਰ ਨੂੰ ਨਾ ਸਮਝਿਆ, ਚਾਰ ਵਿਚਾਰ ਨਾ ਜਾਣਿਆ, ਗੁਣ ਤੇ ਪ੍ਰੀਤ ਵੱਡੀ ਅਨ ਭਾਂਤੀ, ਹੋਰ ਹੋਰ ਕਾਮ ਵਿੱਚ, ਕ੍ਰੋਧ ਵਿੱਚ, ਲੋਭ ਵਿੱਚ, ਮੋਹ ਵਿੱਚ, ਇਹਨਾਂ 'ਚ ਪਿਆਰ ਪੈ ਗਿਆ, ਗੁਣ ਵਿਸਰ ਗਏ, ਗੁਣਾਂ ਦੇ ਨਾਲੋਂ ਅਵਗੁਣ ਚੰਗੇ ਲੱਗਣ ਲੱਗ ਗਏ। ਗੁਣ ਤੇ ਪ੍ਰੀਤ ਵੱਡੀ ਅਨ ਭਾਂਤੀ, ਹੋਇਆ ਕਿ ਜਨਮ ਮਰਨ ਫਿਰ ਤਾਨਿਆ, ਜਨਮ ਮਰਨ ਦਾ ਤਾਣਾ ਸੀ ਜਿਹੜਾ ਉਹ ਤਣਿਆ ਗਿਆ। ਗਿਆਨ ਪ੍ਰਵੇਸ਼ ਗੁਰੈ ਧਨ ਦੀਆ, ਭਗਤ ਧੰਨਾ ਜੀ ਕਹਿੰਦੇ ਮੇਰੇ ਗੁਰੂ ਨੇ ਕਿਰਪਾ ਕੀਤੀ, ਮੇਰੇ ਅੰਦਰ ਗਿਆਨ ਪ੍ਰਵੇਸ਼ ਹੋਇਆ ਗੁਰੂ ਦੀ ਬਦੌਲਤ। ਗਿਆਨ ਪ੍ਰਵੇਸ਼ ਗੁਰੈ ਧਨ ਦੀਆ, ਫਿਰ ਧਿਆਨ ਮਾਨ ਮਨ ਏਕ ਮਏ, ਮੇਰਾ ਧਿਆਨ ਮੇਰੀ ਸੁਰਤ ਰੱਬ ਦੇ ਨਾਮ ਵਿੱਚ ਜੁੜ ਗਈ, ਕੋਈ ਵਿੱਥ ਕੋਈ ਭੇਦ ਭਾਵ ਨਹੀਂ ਰਿਹਾ, ਧਿਆਨ ਮਾਨ ਮਨ ਏਕ ਮਏ। ਫਿਰ ਕਹਿੰਦੇ ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਪ੍ਰੇਮ ਭਗਤ ਪ੍ਰੇਮਾ ਭਗਤੀ ਨੂੰ ਜਾਣ ਲਿਆ ਤੇ ਸੁਖ ਮਿਲਿਆ। ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਤ੍ਰਿਪਤ ਅਕਾਨੇ, ਤ੍ਰਿਪਤ ਹੋ ਗਏ, ਅਕਾਨੇ ਦਾ ਅਰਥ ਹੈ ਰੱਜ ਗਏ, ਤ੍ਰਿਪਤ ਅਗਾਨੇ ਮੁਕਤ ਭਏ। ਫਿਰ ਕਹਿੰਦੇ ਜੋਤ ਸਮਾਏ ਸਮਾਨੀ ਜਾਕੈ, ਜਿਹੜੀ ਜੋਤ ਸੀ ਅੰਦਰਲੀ ਉਹ ਰੱਬ ਦੀ ਜੋਤ ਵਿੱਚ ਇੱਕ ਮਿਕ ਹੋ ਗਈ, ਭੇਦ ਭਾਵ ਮਿਟ ਗਿਆ। ਜੋਤ ਸਮਾਏ ਸਮਾਨੀ ਜਾਕੈ, ਅਛੱਲੀ ਨਾ ਛਲੇ ਜਾਣ ਵਾਲੇ ਪਰਮਾਤਮਾ ਨੂੰ ਪ੍ਰਭ ਪਹਿਚਾਨਿਆ। ਫਿਰ ਭਗਤ ਧੰਨਾ ਜੀ ਨੇ ਇਹ ਗੱਲ ਕਲੀਅਰ ਕਰ ਦਿੱਤੀ ਵੀ ਧੰਨੈ ਧਨ ਪਾਇਆ ਧਰਣੀ ਧਰ, ਧਰਣੀ ਧਰ ਧਰਤੀ ਦੇ ਮਾਲਕ ਨੂੰ ਭਗਤ ਧੰਨੇ ਨੇ ਪਾਲਿਆ, ਸੱਚਾ ਨਾਮ ਧਨ ਪ੍ਰਾਪਤ ਕਰ ਲਿਆ। ਕਿਵੇਂ? ਮਿਲ ਜਨ ਸੰਤ ਸਮਾਨਿਆ, ਗੁਰੂ ਦੀ ਸੰਗਤ ਦੇ ਵਿੱਚ ਸਤ ਸੰਗੀਆਂ ਦੇ ਨਾਲ ਜੁੜ ਕੇ ਧਰਤੀ ਦੇ ਆਸਰੇ ਪਾਲਣਹਾਰ ਨੂੰ ਭਗਤ ਧੰਨੇ ਨੇ ਪਾਇਆ। ਭਗਤ ਧੰਨਾ ਜੀ ਕਹਿੰਦੇ ਮਾਲਕਾ ਮੈਂ ਤੇਰਾ ਆਰਤਾਂ ਲੋੜਵੰਦਾਂ, ਭਿਖਾਰੀਆਂ ਤੇਰੇ ਦਰ ਦਾ, ਗੋਪਾਲ ਤੇਰਾ ਆਰਤਾ। ਪਰ ਮੈਂ ਇਹ ਗੱਲ ਸੁਣੀ ਹੈ ਵੀ ਜੋ ਜਨ ਤੁਮਰੀ ਭਗਤ ਕਰਨ ਤੇ, ਜਿਹੜੇ ਤੇਰੀ ਭਗਤੀ ਕਰਦੇ ਨੇ, ਤਿੰਨ ਕੇ ਕਾਜ ਸਵਾਰਤਾ, ਤੂੰ ਉਹਨਾਂ ਦੇ ਕਾਰਜ ਸਵਾਰ ਦੇਣਾ। ਫਿਰ ਕਹਿੰਦੇ ਮੈਂ ਤੇਰੇ ਕੋਲੋਂ ਮੰਗ ਰਿਹਾ, ਕੀ ਮੰਗ ਰਿਹਾ? ਦਾਲ ਸੀਧਾ, ਸੀਧਾ ਦਾ ਅਰਥ ਹੈ ਆਟਾ, ਦਾਲ ਸੀਧਾ ਮੰਗੋ ਘਿਓ, ਘਿਓ ਵੀ ਮੈਨੂੰ ਚਾਹੀਦਾ ਹੈ। ਹਮਰਾ ਖੁਸ਼ੀ ਕਰੈ ਨਿਤ ਜੀਓ, ਮੇਰੇ ਮਾਲਕਾ ਮੇਰਾ ਮਨ ਰੋਜ਼ਾਨਾ ਪ੍ਰਸੰਨ ਰਹੇ, ਖੁਸ਼ ਹੋਵੇ, ਮੰਗ ਤੇਰੇ ਤੋਂ ਰਿਆਂ, ਕਿਰਪਾ ਕਰੀ। ਹਮਰਾ ਖੁਸ਼ੀ ਕਰੈ ਨਿਤ ਜੀਓ। ਫਿਰ ਕਹਿੰਦੇ ਪੰਨੀਆਂ ਛਾਦਣ ਨੀਕਾ, ਪੰਨੀਆਂ ਮੈਨੂੰ ਚੰਗੀ ਜੁੱਤੀ ਵੀ ਚਾਹੀਦੀ ਹੈ, ਛਾਦਣ ਨੀਕਾ ਆਪਣੇ ਤਨ ਨੂੰ ਢੱਕਣ ਵਾਸਤੇ ਕੱਪੜੇ ਵੀ ਤੇਰੇ ਕੋਲੋਂ ਮੰਗਦਾ।
क्योंकि सतगुरु कृपा कर दे भी जन को प्रभ संगे असने साजनो तू मीत मेरा गृह तेरा सब के मालका तेरे घर विच सब कुछ है मंगना ते तेरे तो मंग रहे हैं। मान मांगो तान मांगो धन लक्ष्मी सुत दे दाल सीधा मांगो घियो हमारा खुशी करे नित जियो पन्नियां छादन नीका। नीका दा अर्थ हुंदा चंगा वधिया। अनाज मंगो सत सींका। सत सींका अनाज केड़ा चाहिदा है? जदों तवियां दे नाल हैरों दे नाल हल्लां दे नाल दो वार पैली वाही जाए तो उन्होंने कहा जाता है भी दोहर ला दी है। एक बार पैली वाही जाए जमीन वाही जाए तो उन्होंने कहा जाता है सी ला दी है। तीन बार पैली वाही जाए उन्होंने आख्या जाता भी तीन सीयां ला दित्तियां ने। चार वारी वाही जाए चार सीयां, पंज वारी पंज, छे वारी छे, सत्त वारी वाही जाए पैली तो उन्होंने आख्या जाता भी सत्त सीयां ला दित्तियां ने। भगत धन्ना जी कहते अनाज मंगो सत सींका। जेड़ी पैली सत्त वारी वाह के सवारी होवे उस पैली का अनाज चाहिए। अनाज मंगो सत सींका। फिर कहते गऊ भैंस मंगो लवेरी। मालका किसी में पत्थर की मूर्ति तो नहीं मंग रहा, किसी देवी या देवते तो नहीं मंग रहा, मंगदा ते केवल तेरे तो। इस करके मैनू गां ते मझ लवेरी चाहिए जो भी तेरे तो मंगदा। गऊ भैंस मंगो लवेरी जिहड़ी सज्जर सूई होवे। एक ताजन तुरी चंगेरी वधिया अरबी नस्ल की घोड़ी भी होवे। फिर कहंदे घर की गीहन चंगी। ये ना होवे भी मालका दुनियावी सुख दे देवें ते घर वाली एवें अड़ब सुभाਅ दी आ जावे, ना मेरी गल मन्ने ना मैं ओदी मन्ना, ना मेरी विचार ओदे नाल रले ना ओदी मेरे नाल रले ते कहानी खत्म हो जावे। नहीं, कहंदे घर की गीहन चंगी जन धन्ना लेवै मंगी। मैनू घर वाली भी चंगे गुणां वाली चाहिदी है जिहदी विचारधारा मेरे नाल मिल जावे। ते भगत धन्ना तेरे दर तो मंगता बन के ये दातां ये वस्तुआं मंग रहा है। इस करके भगत धन्ना जी ने आखिया भी ऐ मेरे मन मेरे चित्त तू परमात्मा नू क्यों नहीं सिमरदा जिहड़ा दया दा घर दया करन वाला है। ते उस रब तो बिना दूजा होर कोई भी नहीं। भावें सारे ब्रह्मंड सृष्टि देशां विदेशां विच फिर के आ, पर होना वो है जो रब नू भाउंदा है, चंगा लगदा है। रे चित चित सकीना दयाल दमोदर बिबै ना जानस कोई। जे धावें ब्रह्मंड खंड को करता करे सो होई। सतगुरु कृपा करन गुरबाणी साडे जीवन का आधार बन जावे। इन्ना ही अज वाले दो पदियां दी विचार कल दे दीवानां दे विच करांगे। भगत धन्ना जी दे जन्म दिहाड़े दी आप सरबत संगत नूं लख लख वधाई होवे। आखो जी वाहिगुरु जी का खालसा वाहिगुरु जी की फतेह।